ਬਿਸਮਿल्लाहिर्रहमानिर्रहीम। ਅੱਛਾ ਜੀ, ਸਮਝ ਤੋਂ ਬਾਹਰ ਮੇਰੀ ਗੱਲ। ਕਿਸੇ ਵੀ ਸ਼ਖਸ ਨੂੰ ਪੁੱਛੋ ਕਿ ਤੁਹਾਡਾ ਸ਼ਜਰਾ ਨਸਬ ਕੀ ਹੈ। ਕਿਸੇ ਵੀ ਸੈਯਦ ਨੂੰ ਪੁੱਛੋ ਕਿ ਤੁਹਾਡਾ ਸ਼ਜਰਾ ਨਸਬ ਕੀ ਹੈ, ਤੁਸੀਂ ਕਿਹਨਾਂ ਦੀ ਔਲਾਦ ਚੋਂ, ਤੇ ਇਹਨਾਂ ਦਾ ਜਵਾਬ ਹੁੰਦਾ ਹੈ ਕਿ ਅਸੀਂ ਔਲਾਦੇ ਅਲੀ अलैहिस्सलाम ਹੈ ਤੇ ਆਲੇ ਰਸੂਲ सल्लल्लाहु अलैहि वसल्लम। ਜਿਹਨੂੰ ਮਰਜ਼ੀ ਪੁੱਛੋ, ਅੱਜ ਦੇ ਦੌਰ ਦੇ ਵਿੱਚ ਵੀ ਤੁਸੀਂ ਸਵਾਲ ਕਰੋ ਕਿ ਸੈਯਦ ਕੌਣ ਹੈ, ਤੇ ਜਵਾਬ ਮਿਲੇਗਾ ਮੌਲਾ ਅਲੀ अलैहिस्सलाम ਦੀ ਔਲਾਦ ਚੋਂ ਨੇ ਤੇ ਆਲੇ ਰਸੂਲ सल्लल्लाहु अलैहि वसल्लम ਨੇ। ਯਾਨੀ ਸੈਯਦ ਹੈ ਹੀ ਉਹ ਜੋ ਮੌਲਾ ਅਲੀ अलैहिस्सलाम ਦੀ ਔਲਾਦ 'ਚ ਹੋਵੇ ਤੇ ਆਲੇ ਰਸੂਲ सल्लल्लाहु अलैहि वसल्लम ਹੋਵੇ। ਇਹ ਕੁਲੀਆ ਮਿਲ ਗਿਆ ਕਿ ਸੈਯਦ ਹੁੰਦਾ ਹੀ ਉਹ। ਅੱਛਾ, ਫਿਰ ਇੱਕ ਹੋਰ ਜਿਹੜੀ ਮੈਨੂੰ ਗੱਲ ਸਮਝੋ ਬਾਹਰ ਹੈ ਬਿਲਕੁਲ। ਮੈਂ ਅੱਜ ਅਕਸਰ ਮਸਜਿਦਾਂ ਦੀ ਦੀਵਾਰਾਂ 'ਤੇ ਸੇਨ ਦੇ ਵਿੱਚ ਇਹ ਲਿਖਿਆ ਦੇਖਿਆ ਹੈ ਕਿ ਸੈਯਦਨਾ ਅਬੂ ਬਕਰ ਰਜ਼ੀ ਅੱਲਾਹ ਤਾਲਾ ਅਨਹੂ, ਸੈਯਦਨਾ ਉਮਰ ਰਜ਼ੀ ਅੱਲਾਹ ਤਾਲਾ ਅਨਹੂ, ਸੈਯਦਨਾ ਉਸਮਾਨ ਗਨੀ ਰਜ਼ੀ ਅੱਲਾਹ ਤਾਲਾ ਅਨਹੂ। ਕੀ ਇਹ ਮੌਲਾ ਅਲੀ ਦੀ ਔਲਾਦ 'ਚੋਂ ਨੇ? ਨਹੀਂ, ਇਹ ਮੌਲਾ ਅਲੀ ਦੀ ਔਲਾਦ 'ਚੋਂ ਨਹੀਂ। ਅੱਛਾ, ਫਿਰ ਇਹ ਸੈਯਦ ਕਿਵੇਂ ਹੋ ਗਏ? ਅੱਛਾ, ਮੈਨੂੰ ਪ੍ਰੋਬਲਮ ਇਹ ਨਹੀਂ ਕਿ ਇਹ ਅਗਰ ਸੈਯਦ ਨੇ ਤਾਂ ਫਿਰ ਸੈਯਦ ਕਹਿਣਾ ਚਾਹੀਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਮਕਸਦ ਇਹ ਹੈ, ਅਗਰ ਸੈਯਦ ਹੁੰਦਾ ਹੀ ਮੌਲਾ ਅਲੀ ਦੀ ਔਲਾਦ 'ਚੋਂ ਤੇ ਆਲੇ ਰਸੂਲ सल्लल्लाहु अलैहि वसल्लम 'ਚੋਂ ਨੇ, ਤੇ ਨਾ ਤੇ ਇਹ ਮੌਲਾ ਅਲੀ अलैहिस्सलाम ਦੀ ਔਲਾਦ 'ਚੋਂ ਨੇ, ਨਾ ਹੀ ਆਲੇ ਰਸੂਲ सल्लल्लाहु अलैहि वसल्लम 'ਚੋਂ ਨੇ। ਫਿਰ ਕੀ ਲੋਕਾਂ ਨੇ ਇਹ ਟਾਈਟਲ ਨਾਲ ਲਾ ਦਿੱਤੇ ਨੇ? ਅੱਜ ਵੀ ਅਗਰ ਤੁਸੀਂ ਕਿਸੇ ਆਮ ਸੈਯਦ ਨੂੰ, ਕਿਸੇ ਨੂੰ ਵੀ ਪੁੱਛ ਲਓ ਕਿ ਤੁਸੀਂ ਕਿਹਨਾਂ ਦੀ ਲੜੀ ਦੇ ਵਿੱਚੋਂ, ਤਾਂ ਡਾਇਰੈਕਟ ਤੁਹਾਨੂੰ ਮੌਲਾ ਅਲੀ ਨਾਲ ਅਟੈਚ ਕਰੇਗਾ ਜਾਂ ਆਲੇ ਰਸੂਲ ਦੇ ਨਾਲ ਆਪਣੇ ਆਪ ਨੂੰ ਜੋੜੇਗਾ। ਕੋਈ ਇਹਨਾਂ ਦੇ ਵਿੱਚੋਂ ਨਹੀਂ ਕਹੇਗਾ ਕਿ ਮੈਂ ਸੈਯਦਨਾ ਹਜ਼ਰਤ ਅਬੂ ਬਕਰ ਸਦੀਕ ਦੀ ਔਲਾਦ 'ਚੋਂ ਹਾਂ, ਸੈਯਦਨਾ ਉਮਰ ਰਜ਼ੀ ਅੱਲਾਹ ਤਾਲਾ ਅਨਹੂ ਦੀ ਔਲਾਦ 'ਚੋਂ ਹਾਂ। ਨਹੀਂ, ਇਹ ਨਹੀਂ ਕਹੇਗਾ। ਅਗਰ ਲੋਕ ਕਹਿੰਦੇ ਨਹੀਂ ਜੀ ਇਹ ਉਸ ਦੌਰ ਵਿੱਚ ਆਮ ਸੀ ਲਫ਼ਜ਼, ਸੈਯਦ ਕੋਈ ਵੀ ਸਰਦਾਰ ਲਾ ਸਕਦਾ ਹੈ, ਤੇ ਅਗਰ ਆਮ ਹੈ ਤਾਂ ਫਿਰ ਇਹਦਾ ਮਤਲਬ ਕਿਸੇ ਨੂੰ ਵੀ ਸੈਯਦ ਕਹਿ ਦਈਏ। ਇਸ ਟਾਈਮ ਇਮਾਮ ਕਾਬਾ ਹੈ, ਵੈਸੇ ਬੜੀ ਅਜ਼ੀਮ ਪਰਸਨੈਲਿਟੀ ਹੈ ਨਾ ਮੁਸਲਮਾਨਾਂ ਦੇ ਵਿੱਚ ਇਸ ਟਾਈਮ 'ਤੇ, ਅਤੇ ਕਿਆ ਉਹਨੂੰ ਅਸੀਂ ਸੈਯਦ ਕਹਿ ਸਕਦੇ ਹਾਂ? ਜਾਂ ਇਮਾਮ ਬੁਖਾਰੀ, ਕਮ ਸੇ ਕਮ ਇਹਨੇ ਤਾਂ ਹਦੀਸ ਦੀਆਂ ਕਿਤਾਬਾਂ ਵੀ ਲਿਖੀਆਂ ਨੇ, ਕਿ ਇਹਨੂੰ ਸੈਯਦ ਕਹਿ ਸਕਦੇ ਹਾਂ? ਅਗਰ ਨਹੀਂ ਕਹਿ ਸਕਦੇ, ਤੇ ਅਗਰ ਸੈਯਦ ਸਿਰਫ ਤੇ ਸਿਰਫ ਮੌਲਾ ਅਲੀ ਦੀ ਮੌਲਾ ਅਲੀ अलैहिस्सलाम ਦੀ ਔਲਾਦ ਤੇ ਆਲੇ ਰਸੂਲ सल्लल्लाहु अलैहि वसल्लम ਦਾ ਹੀ ਹੱਕ ਹੈ, ਤੇ ਫਿਰ ਕਿਸੇ ਹੋਰ ਵਾਸਤੇ ਦਾ ਇਸਤੇਮਾਲ ਕਿਉਂ? ਜਾਂ ਫਿਰ ਕਹਿ ਦਿਓ ਕਿ ਕੋਈ ਵੀ ਸੈਯਦ ਬਣ ਸਕਦਾ ਹੈ, ਸੈਯਦਨਾ ਨਵਾਜ਼ ਸ਼ਰੀਫ, ਸੈਯਦਨਾ ਇਮਰਾਨ ਖਾਨ, ਕਿਆ ਇਹ ਬਣ ਸਕਦੇ ਨੇ? ਨਹੀਂ। ਅਗਰ ਇਹ ਲਫ਼ਜ਼ ਮਖਸੂਸ ਹੈ ਸੈਯਦ ਸਿਰਫ ਨਬੀ ਪਾਕ सल्लल्लाहु अलैहि वसल्लम ਦੀ ਆਲ ਦੇ ਨਾਲ, ਤੇ ਫਿਰ ਇਹ ਚੀਜ਼ ਦੀ ਮੈਨੂੰ ਸਮਝ ਨਹੀਂ ਆ ਰਹੀ। ਹਾਂ, ਅਗਰ ਕੋਈ ਮੈਨੂੰ ਇਹਦੀ ਰਹਿਨੁਮਾਈ ਕਰ ਦੇਵੇ, ਕੋਈ ਉਲਮਾ ਕਰਾਮ, ਦੇਖੋ ਕਮੈਂਟ ਦੇ ਵਿੱਚ ਜਵਾਬ ਆਉਂਦੇ ਨੇ, ਬੜੇ ਬੜੇ ਪੜ੍ਹੇ ਲਿਖੇ ਲੋਕ ਵੀ ਹੁੰਦੇ ਨੇ, ਤੇ ਉਹ ਮਿਹਰਬਾਨੀ ਇਸ ਤਰੀਕੇ ਨਾਲ ਗਾਈਡ ਕਰ ਦੇ ਕਿ ਕਿਸ ਤਰੀਕੇ ਹੈ, ਠੀਕ ਹੈ। ਤੇ ਕਿਆ ਫਿਰ ਸੈਯਦ ਕੋਈ ਵੀ ਬਣ ਸਕਦਾ ਹੈ? ਯਾਨੀ ਕਿ ਅਗਰ ਕੋਈ ਨੇਕ ਹੋਵੇ, ਤੇ ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਆ ਰਹੀ। ਲਿਹਾਜ਼ਾ ਕਮੈਂਟ ਵਿੱਚ ਜਵਾਬ ਦੇ ਦੇਣਾ, ਤਾਂ ਕਿ ਦੂਸਰੇ ਵੀ ਜਿਹੜੇ ਲੋਕ ਨੇ ਉਹ ਇਸ ਚੀਜ਼ ਤੋਂ ਸਬਕ ਹਾਸਲ ਕਰ ਸਕਣ ਕਿ ਕਿਆ ਸੈਯਦ ਸਿਰਫ ਆਲੇ ਰਸੂਲ ਹੀ सल्लल्लाहु अलैहि वसल्लम ਹੀ ਨੇ, ਜਾਂ ਕੋਈ ਹੋਰ ਵੀ ਬਣ ਸਕਦਾ ਹੈ, ਜਾਂ ਕਿਸੇ ਹੋਰ ਦੇ ਨਾਲ ਵੀ ਲਾਇਆ ਜਾ ਸਕਦਾ ਹੈ। ਮਿਹਰਬਾਨੀ ਹੋਏਗੀ। ਬਾਕੀ ਕੋਈ ਸਪੀਡ ਦੇ ਵਿੱਚ ਜਲਦੀ ਕੋਈ ਗਲਤੀ ਕੁਤਾਹੀ ਹੋ ਜਾਵੇ ਤਾਂ ਯਾਰ ਇਗਨੋਰ ਕਰਿਆ ਕਰੋ। ਅਤੇ ਗੱਲ ਦਾ ਮਕਸਦ ਹੁੰਦਾ ਕਿ ਗੱਲ ਬਿਆਨ ਕਰਨੀ, ਵਿੱਚ ਬੜੀਆਂ ਸਾਰੀਆਂ ਤਲੱਫਜ਼ 'ਚ ਗਲਤੀਆਂ ਹੋ ਵੀ ਜਾਂਦੀਆਂ। ਵੈਸੇ ਲੋਕਾਂ ਦੀ ਪ੍ਰੋਬਲਮ ਇਹ ਅੱਜ ਤੱਕ ਇਹਨਾਂ ਸਿਰਫ ਤਲੱਫਜ਼ ਹੀ ਸਿੱਧਾ ਕੀਤਾ, ਤਰਜਮਾ ਨਹੀਂ ਵੇਖਿਆ। ਕੁਰਾਨ ਪਾਕ ਦੇ ਉੱਤੇ ਅੱਜ ਵੀ ਜਿਹੜਾ ਤਲੀਮ ਹਾਸਲ ਕਰ ਰਿਹਾ ਉਹ ਤਲੱਫਜ਼ ਸਿੱਧੇ ਕੀਤੀ ਜਾ ਰਿਹਾ, ਭਾਵੇਂ 10 ਸਾਲ ਲਾ ਲੇ, ਲੇਕਿਨ ਕੁਰਾਨ ਪਾਕ ਦੀ ਆਇਤ ਦਾ ਮਤਲਬ ਕੋਈ ਮਾਨੀ, ਕੋਈ ਤਫਸੀਰ ਨਹੀਂ ਕੱਢ ਸਕਿਆ। ਅਤੇ ਯਾਰ ਗਲਤੀ ਹੋ ਜਾਂਦੀ ਹੈ ਬੋਲਣ ਦੇ ਵਿੱਚ, ਕੁਛ ਮਾਈਕ ਵੀ ਮਿਸ ਕਰ ਦਿੰਦਾ ਹੈ, ਬੋਲਣ ਤੋਂ ਅਕਸਰ ਹੋ ਜਾਂਦਾ ਹੈ। ਅਤੇ ਤੁਹਾਡੀ ਮਿਹਰਬਾਨੀ, ਇਗਨੋਰ ਕਰਿਆ ਕਰੋ ਯਾਰ ਗਲਤੀਆਂ।